ਕਿਹੜੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ ਅਸੀਂ। ਤੁਸੀਂ ਇਸ ਨੂੰ ਐਡਵਾਂਸ ਕਹੋਗੇ ਜਾਂ ਫਿਰ ਕਿਸੇ ਦੀ ਬੇਵਕੂਫੀ। ਇੱਕ ਇਹੋ ਜਿਹੀ ਸੱਚੀ ਘਟਨਾ ਹੈ, ਸੱਚੀ ਕਹਾਣੀ ਬੀਤੇ ਦਿਨਾਂ ਦੇ ਵਿੱਚ ਹੋਈ ਸਾਰੀ ਗੱਲਬਾਤ ਹੈ, ਜਿੱਥੇ 3 ਅਪ੍ਰੈਲ ਨੂੰ ਇੱਕ ਮੁੰਡੇ ਦੀ ਜਾਨ ਚਲੀ ਗਈ ਜੋ ਕਿ ਸਰਕਾਰੀ ਟੀਚਰ ਲੱਗਿਆ ਹੋਇਆ ਸੀ। ਪਰ ਇਸ ਦੇ ਵਿਚਾਲੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਚੱਲ ਰਿਹਾ ਸੀ ਉਹ ਇਸ ਤੋਂ ਵੀ ਖਤਰਨਾਕ ਸੀ। ਇੱਕ ਪਤੀ ਪਤਨੀ ਜੋ ਕਿ ਸਮਝਦਾਰ ਸੀ। ਇਹਨਾਂ ਦਾ ਵਿਆਹ ਹੁੰਦਾ ਹੈ 2017 ਦੇ ਵਿੱਚ। ਤਰੁਣ ਅਤੇ ਰਾਈਮਾ ਇਹਨਾਂ ਦਾ ਨਾਮ ਸੀ। ਵਿਆਹ ਤੋਂ ਬਾਅਦ ਦੋਵੇਂ ਹੀ ਪਤੀ ਪਤਨੀ ਆਪਣੀ ਸਮਝਦਾਰੀ ਦੇ ਚੱਲਦੇ ਹੋਏ ਫੈਸਲਾ ਕਰਦੇ ਨੇ ਕਿ ਅਸੀਂ ਉਸ ਸਮੇਂ ਤੱਕ ਆਪਣੀ ਫੈਮਿਲੀ ਨੂੰ ਅੱਗੇ ਨਹੀਂ ਵਧਾਵਾਂਗੇ ਜਦੋਂ ਤੱਕ ਕਿ ਅਸੀਂ ਕਿਸੇ ਮੁਕਾਮ ਤੇ ਨਹੀਂ ਪਹੁੰਚ ਜਾਂਦੇ ਜਾਂ ਫਿਰ ਸਾਡੇ ਦੋਵਾਂ ਦੀ ਚੰਗੀ ਸੈਲਰੀ ਨਹੀਂ ਹੁੰਦੀ, ਤਾਂ ਕਿ ਅਸੀਂ ਆਪਣੇ ਬੱਚੇ ਨੂੰ ਚੰਗਾ ਭਵਿੱਖ ਦੇ ਸਕੀਏ ਤੇ ਆਪਣੀ ਜ਼ਿੰਦਗੀ ਨੂੰ ਵੀ ਵਧੀਆ ਬਣਾ ਸਕੀਏ। ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਣ ਸੁਣਨ ਤੋਂ ਬਾਅਦ ਇੰਜ ਜਾਪ ਰਿਹਾ ਹੈ ਕਿ ਇਹ ਸਮਝਦਾਰ ਸੀ, ਇੱਕ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜਿਉਣਾ ਚਾਹੁੰਦੇ ਸੀ ਕਿ ਅੱਗੇ ਜਾ ਕੇ ਕੋਈ ਮੁਸ਼ਕਿਲ ਨਾ ਆਵੇ। ਪਰ ਕੋਈ ਕਿੰਨੀ ਵੀ ਪ੍ਰੀ ਪਲੈਨਿੰਗ ਕਿਉਂ ਨਾ ਕਰ ਲਵੇ, ਪਰ ਜਿਹੜੀਆਂ ਮੁਸੀਬਤਾਂ ਤੁਹਾਡੀ ਕਿਸਮਤ ਦੇ ਵਿੱਚ ਕਹਿ ਲਵੋ ਜਾਂ ਫਿਰ ਤੁਹਾਡੀਆਂ ਬੇਵਕੂਫੀਆਂ ਤੇ ਫੈਸਲਿਆਂ ਦੇ ਕਰਕੇ ਜਿਹੜੀਆਂ ਆਣੀਆਂ ਨੇ ਉਹ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਣਗੀਆਂ ਹੀ। ਇਸ ਪੂਰੀ ਘਟਨਾ ਦੇ ਵਿੱਚ ਵੀ ਕੁਝ ਇਹੋ ਜਿਹਾ ਹੀ ਹੋਇਆ। ਤਰੁਣ ਅਤੇ ਰਾਈਮਾ ਦੇ ਵੱਲੋਂ ਲਏ ਗਏ ਫੈਸਲੇ ਬੜੇ ਹੀ ਵਧੀਆ ਸੀ। ਸਰਕਾਰੀ ਨੌਕਰੀ ਦੋਵਾਂ ਨੂੰ ਮਿਲ ਜਾਂਦੀ ਹੈ ਤੇ ਫਿਰ ਇਹ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਦੀ ਗੱਲ ਕਰਦੇ ਨੇ। ਘਰ ਦੇ ਵਿੱਚ ਇੱਕ ਬੱਚਾ ਜਨਮ ਲੈ ਲੈਂਦਾ ਹੈ, ਪਰ ਇਸ ਦੇ ਦਰਮਿਆਨ ਹੀ ਪਤਾ ਲੱਗ ਜਾਂਦਾ ਹੈ ਪਤਨੀ ਨੂੰ ਕਿ ਉਸ ਦਾ ਪਤੀ ਤਰੁਣ ਕਿਸੇ ਹੋਰ ਦੇ ਨਾਲ ਸੰਬੰਧਾਂ ਦੇ ਵਿੱਚ ਹੈ ਅਤੇ ਉਹ ਉਸੇ ਸਕੂਲ ਦੇ ਵਿੱਚ ਮੈਡਮ ਲੱਗੀ ਹੋਈ ਹੈ ਜਿੱਥੇ ਕਿ ਤਰੁਣ ਜੌਬ ਕਰ ਰਿਹਾ ਹੈ। ਸਰਕਾਰੀ ਨੌਕਰੀ ਕਰ ਰਹੇ ਨੇ ਇਹ ਤਿੰਨੋਂ ਜਾਣੇ, ਪਰ ਤਿੰਨਾਂ ਦੀ ਸਮਝ ਦੇਖੋ ਤੁਸੀਂ ਕਿ ਪਤੀ ਪਤਨੀ ਨੂੰ ਤਾਂ ਚਲੋ ਦੇਖਣਾ ਹੀ ਪੈਣਾ ਸੀ ਇਹ ਸਾਰਾ ਕੁਝ, ਪਤਨੀ ਨੂੰ ਤਾਂ ਸਹੇੜਨਾ ਹੀ ਪੈਣਾ ਸੀ ਜਦੋਂ ਉਸ ਦਾ ਪਤੀ ਹੀ ਇੰਨਾ ਗਲਤ ਹੋ ਗਿਆ। ਪਰ ਨਾਲ ਕੰਮ ਕਰਦੀ ਉਹ ਮੈਡਮ ਸੀ ਜਿਹੜੀ ਜਿਸ ਦਾ ਨਾਮ ਸੋਨਮ ਦੱਸਿਆ ਜਾ ਰਿਹਾ ਹੈ, ਸਰਕਾਰੀ ਟੀਚਰ ਉਹ ਲੱਗੀ ਹੋਈ ਹੈ। ਉਸ ਦੇ ਵੱਲੋਂ ਇੱਕ ਵਿਆਹੇ ਹੋਏ ਮੁੰਡੇ ਦੇ ਨਾਲ ਸਬੰਧ ਕਾਇਮ ਕੀਤੇ ਜਾਂਦੇ ਨੇ ਅਤੇ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਇਹਨਾਂ ਦਾ ਰੋਲਾ ਘਰ ਪਰਿਵਾਰ ਤੱਕ ਪਹੁੰਚ ਜਾਂਦਾ ਹੈ। ਪਤਨੀ ਨੂੰ ਪਤਾ ਲੱਗ ਗਿਆ, ਹੌਲੀ-ਹੌਲੀ ਕਰਕੇ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਲੱਗ ਜਾਂਦਾ ਹੈ। ਯਕੀਨਨ ਹੈ ਕਿ ਕਿਸੇ ਵੀ ਪਤਨੀ ਨੂੰ ਜਦੋਂ ਇਹੋ ਜਿਹੀ ਕੋਈ ਗੱਲ ਪਤਾ ਲੱਗੇਗੀ ਤਾਂ ਉਹ ਪਰਿਵਾਰ ਦੇ ਵਿੱਚ ਜ਼ਰੂਰ ਦੱਸੇਗੀ, ਖਾਸ ਤੌਰ ਤੇ ਮੁੰਡੇ ਦੇ ਪਰਿਵਾਰ ਨੂੰ, ਕਿ ਤੁਹਾਡਾ ਮੁੰਡਾ ਇਹ ਕੁਝ ਕਰ ਰਿਹਾ ਹੈ, ਘਰ ਦੇ ਵਿੱਚ ਬੱਚਾ ਹੋਣ ਦੇ ਬਾਵਜੂਦ ਵੀ ਇਹ ਗਲਤ ਰਾਹ ਤੇ ਚੱਲ ਰਿਹਾ ਹੈ, ਇਸ ਨੂੰ ਫੜ ਕੇ ਰੋਕਿਆ ਜਾਵੇ। ਇਹ ਸਭ ਕੁਝ ਹੋਣ ਤੋਂ ਬਾਅਦ ਪਤੀ ਦਾ ਟ੍ਰਾਂਸਫਰ ਕਰਵਾ ਦਿੱਤਾ ਜਾਂਦਾ ਹੈ ਉਸੇ ਸਕੂਲ ਦੇ ਵਿੱਚ ਜਿੱਥੇ ਕਿ ਇਸ ਦੇ ਪਤਨੀ ਦੀ ਨੌਕਰੀ ਲੱਗੀ ਹੋਈ ਸੀ, ਤਾਂ ਕਿ ਇਹ ਇਕੱਠੇ ਜਾਣ, ਇਕੱਠੇ ਵਾਪਸ ਆਣ ਅਤੇ ਰਾਤ ਦੇ ਵਿੱਚ ਜਾਂ ਫਿਰ ਕਿਤੇ ਹੋਰ ਆਉਣ ਜਾਣ ਦੀ ਮਿਲਣ ਦੀ ਗੁੰਜਾਇਸ਼ ਹੀ ਨਾ ਬਚੇ। ਪਰ ਫਿਰ ਵੀ ਉਸ ਮੈਡਮ ਦੇ ਵੱਲੋਂ ਜੋ ਕਿ ਦੂਜੇ ਸਕੂਲ ਦੇ ਵਿੱਚ ਲੱਗੀ ਹੋਈ ਸੀ, ਸੋਨਮ ਉਸ ਦਾ ਨਾਮ ਸੀ, ਉਹਦੇ ਵੱਲੋਂ ਇਸ ਵਿਆਹੇ ਹੋਏ ਬੰਦੇ ਦਾ ਪਿੱਛਾ ਛੱਡਿਆ ਨਹੀਂ ਗਿਆ। ਲਗਾਤਾਰ ਉਹ ਗੱਲ ਕਰਦੀ ਰਹੀ। ਨੌਬਤ ਇੱਥੇ ਤੱਕ ਪਹੁੰਚ ਗਈ ਕਿ ਇੱਕ ਦਿਨ ਉਹ ਤਰੁਣ ਦੀ ਪਤਨੀ ਨੂੰ ਫੋਨ ਕਰਕੇ ਆਖਦੀ ਹੈ ਕਿ ਤੂੰ ਆਪਣੇ ਪਤੀ ਨੂੰ ਤਲਾਕ ਦੇ ਦੇ। ਕਿਸੇ ਪਤਨੀ ਨੂੰ ਕਿੰਨਾ ਬੁਰਾ ਲੱਗਦਾ ਹੋਣਾ ਇਹ ਸੁਣ ਕੇ ਕਿ ਕੋਈ ਹੋਰ ਕੁੜੀ ਉਹਨੂੰ ਇਹ ਗੱਲ ਕਹੇ ਕਿ ਤੂੰ ਆਪਣਾ ਪਤੀ ਛੱਡ ਦੇ। ਯਕੀਨਨ ਇਸ ਪਤਨੀ ਦਾ ਜਵਾਬ ਇਹੀ ਸੀ ਕਿ ਮੈਂ ਆਪਣੇ ਪਤੀ ਨੂੰ ਤਲਾਕ ਨਹੀਂ ਦੇਣਾ, ਮੈਂ ਇਹਨੂੰ ਨਹੀਂ ਛੱਡਾਂਗੀ। ਤੇ ਫਿਰ ਉਹ ਗਰਲਫ੍ਰੈਂਡ ਆਖਦੀ ਹੈ ਕਿ ਤੂੰ ਉਹਦੇ ਸਾਹਮਣੇ ਇਹ ਗੱਲ ਕਹਿ। ਇਹ ਸਾਰੀ ਗੱਲਬਾਤ ਫੋਨ ਦੇ ਵਿੱਚ ਰਿਕਾਰਡ ਹੋਈ ਹੈ ਤੇ ਇਹ ਗੱਲਬਾਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਜ਼ਰੂਰ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਇਹ ਦੱਸਦੇ ਜਾਈਏ ਕਿ ਕਿਸ ਤਰੀਕੇ ਦੇ ਨਾਲ ਉਹ ਗਰਲਫ੍ਰੈਂਡ ਪਹਿਲਾਂ ਪਤਨੀ ਨੂੰ ਆਖਦੀ ਹੈ ਕਿ ਤੂੰ ਆਪਣੇ ਪਤੀ ਨੂੰ ਤਲਾਕ ਦੇ ਦੇ, ਪਰ ਜਦੋਂ ਉਹ ਮਨਾ ਕਰ ਦਿੰਦੀ ਹੈ ਤਾਂ ਫਿਰ ਉਹ ਗਰਲਫ੍ਰੈਂਡ ਆਪਣੇ ਇਸ ਬॉयਫ੍ਰੈਂਡ ਨੂੰ ਜੋ ਕਿ ਵਿਆਹਿਆ ਹੋਇਆ ਪਤੀ ਹੈ ਉਸ ਨੂੰ ਆਖਦੀ ਹੈ ਕਿ ਤੂੰ ਆਪਣੀ ਪਤਨੀ ਨੂੰ ਤਲਾਕ ਕਿਉਂ ਨਹੀਂ ਦੇ ਦਿੰਦਾ, ਫਿਰ ਆਪਾਂ ਵਿਆਹ ਕਰਵਾ ਲਵਾਂਗੇ। ਪਰ ਜਦੋਂ ਪਤੀ ਇਹ ਆਖਦਾ ਹੈ ਕਿ ਮੈਂ ਆਪਣਾ ਪਰਿਵਾਰ ਵੀ ਦੇਖਣਾ ਹੈ, ਮੇਰੀਆਂ ਵੀ ਕੁਝ ਫੀਲਿੰਗਸ ਨੇ, ਤੇ ਜਦੋਂ ਇਹ ਗੱਲ ਸਾਫ਼ ਹੋ ਚੁੱਕੀ ਸੀ ਕਿ ਆਪਾਂ ਤਿੰਨੋਂ ਹੀ ਇਕੱਠੇ ਰਹਿ ਲਵਾਂਗੇ, ਇਹੋ ਜਿਹੀ ਕੋਈ ਗੱਲ ਹੋਈ ਸੀ। ਕਿਉਂਕਿ ਪਤਨੀ ਆਖਦੀ ਹੁੰਦੀ ਹੈ, ਰਾਈਮਾ ਨੇ ਸੋਨਮ ਨੂੰ ਕਿਹਾ ਕਿ ਜਦੋਂ ਮੈਂ ਤੈਨੂੰ ਐਕਸੈਪਟ ਕਰ ਰਹੀ ਹਾਂ, ਮੇਰੇ ਪਤੀ ਨੇ ਕਿਹਾ ਕਿ ਜਦੋਂ ਮੇਰੀ ਪਤਨੀ ਐਕਸੈਪਟ ਕਰ ਰਹੀ ਹੈ ਤਾਂ ਤੂੰ ਕਿਉਂ ਨਹੀਂ ਐਕਸੈਪਟ ਕਰ ਰਹੀ। ਤਿੰਨੋਂ ਹੀ ਚੰਗੀ ਨੌਕਰੀ ਤੇ ਲੱਗੇ ਹੋਏ ਸਿੱਖਿਅਕ ਨੇ, ਸਿੱਖਿਆ ਦੇਣ ਵਾਲੇ ਨੇ, ਬੱਚਿਆਂ ਤੇ ਸਮਾਜ ਨੂੰ ਬਣਾਉਣ ਵਾਲੇ ਨੇ, ਪਰ ਕਿਸ ਤਰੀਕੇ ਦੀਆਂ ਇਹਨਾਂ ਦੇ ਵਿਚਾਲੇ ਗੱਲਾਂ ਹੋ ਰਹੀਆਂ ਨੇ। ਉਹ ਆਖ ਰਹੇ ਨੇ ਕਿ ਅਸੀਂ ਇਕੱਠੇ ਰਹਿ ਲੈਂਦੇ ਹਾਂ, ਜਾਂ ਫਿਰ ਉਹ ਗਰਲਫ੍ਰੈਂਡ ਕਹਿ ਰਹੀ ਹੈ ਪਤਨੀ ਨੂੰ ਫੋਨ ਕਰਕੇ ਕਿ ਤੂੰ ਇਸ ਨੂੰ ਤਲਾਕ ਦੇ, ਜਾਂ ਫਿਰ ਉਹ ਪਤੀ ਨੂੰ ਕਹਿ ਰਹੀ ਹੈ ਕਿ ਤੂੰ ਇਸ ਨੂੰ ਤਲਾਕ ਦੇ, ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ। ਅਤੇ ਅੰਤ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਗਰਲਫ੍ਰੈਂਡ ਦੇ ਵੱਲੋਂ ਕਿ ਜੇ ਤੂੰ ਤਲਾਕ ਨਹੀਂ ਦੇ ਰਿਹਾ ਤੇ ਉਹ ਵੀ ਤੈਨੂੰ ਤਲਾਕ ਨਹੀਂ ਦੇ ਰਹੀ, ਫਿਰ ਮੈਂ ਕਿਤੇ ਹੋਰ ਵਿਆਹ ਕਰਵਾ ਲੈਣਾ। ਪਤੀ ਰੋਂਦਾ ਹੋਇਆ ਗੱਲ ਕਰ ਰਿਹਾ ਹੈ ਆਪਣੀ ਗਰਲਫ੍ਰੈਂਡ ਦੇ ਨਾਲ ਪਤਨੀ ਦੇ ਸਾਹਮਣੇ, ਉਸ ਨੂੰ ਮਨਾ ਰਿਹਾ ਹੈ ਆਪਣੀ ਪਤਨੀ ਦੇ ਸਾਹਮਣੇ। ਅਤੇ ਫਿਰ 3 ਅਪ੍ਰੈਲ ਨੂੰ ਪਤਾ ਲੱਗਦਾ ਹੈ ਕਿ ਇਹ ਪਤੀ ਸਰਕਾਰੀ ਨੌਕਰੀ ਲੱਗਿਆ, ਟੀਚਰ ਲੱਗਿਆ। ਇਹ ਪਤੀ ਤਰੁਣ ਇਸ ਦੁਨੀਆ ਦੇ ਵਿੱਚ ਨਹੀਂ। ਆਪਣੀਆਂ ਫੀਲਿੰਗਸ ਨੂੰ, ਆਪਣੀ ਜ਼ਿੰਦਗੀ ਨੂੰ, ਆਪਣੇ ਇਸ ਰਿਲੇਸ਼ਨਸ਼ਿਪ ਨੂੰ ਉਹ ਸੰਭਾਲ ਨਹੀਂ ਪਾਇਆ।
ਤਾਂ ਪੂਰੀ ਕਹਾਣੀ ਨੂੰ ਦੇਖਣ ਅਤੇ ਸਮਝਣ ਦੇ ਵਿਚਾਲੇ ਤਾਂ ਇਹ ਆਂਦਾ ਹੈ ਕਿ ਸਾਰਾ ਬੋਝ ਪਤਨੀ ਦੇ ਉੱਪਰ ਪਿਆ ਹੋਇਆ ਸੀ। ਬੱਚੇ ਨੂੰ ਵੀ ਉਹ ਸੰਭਾਲ ਰਹੀ ਹੈ ਤੇ ਉਸ ਦਾ ਪਤੀ ਕਿਸੇ ਹੋਰ ਔਰਤ ਦੇ ਨਾਲ ਗੱਲਬਾਤ ਕਰ ਰਿਹਾ ਹੈ ਤੇ ਉਹਦੇ ਨਾਲ ਐਡਜਸਟ ਕਰਨ ਦੀਆਂ ਗੱਲਾਂ ਆਪਣੀ ਪਤਨੀ ਨੂੰ ਸਮਝਾ ਰਿਹਾ ਹੈ, ਬਜਾਏ ਕਿ ਇਸ ਦੇ ਕਿ ਉਹ ਆਪਣੀ ਉਸ ਗਰਲਫ੍ਰੈਂਡ ਨੂੰ ਛੱਡ ਦੇਵੇ। ਇਸ ਪਤਨੀ ਦਾ ਕਿੱਡਾ ਵੱਡਾ ਜਿਗਰਾ ਰਿਹਾ ਹੋਣਾ, ਜਾਂ ਫਿਰ ਉਹ ਚੰਗੀ ਤਰ੍ਹਾਂ ਜਾਣਦੀ ਹੋਣੀ ਹੈ ਕਿ ਜੇਕਰ ਮੈਂ ਇਸ ਨੂੰ ਰੋਕੂੰਗੀ ਇਹਨੇ ਰੁਕਣਾ ਨਹੀਂ। ਹਰ ਹੱਲ ਉਹ ਕਰਕੇ ਦੇਖ ਚੁੱਕੀ ਹੋਣੀ ਹੈ ਤੇ ਉਹ ਵੀ ਇਸ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ। ਤੇ ਨੌਬਤ ਇੱਥੇ ਤੱਕ ਕਿ ਤਿੰਨੋਂ ਜਾਣੇ ਇੱਕੋ ਹੀ ਫੋਨ ਦੇ ਉੱਪਰ ਕਿਸ ਤਰੀਕੇ ਦੇ ਨਾਲ ਆਮੋ ਸਾਹਮਣੇ ਬੈਠ ਕੇ ਇਸ ਗੱਲ ਦਾ ਸਮਝੌਤਾ ਕਰ ਰਹੇ ਨੇ ਕਿ ਕੌਣ ਕਿਵੇਂ ਕਿਹਦੇ ਨਾਲ ਕਿਸ ਤਰੀਕੇ ਨਾਲ ਰਹੇਗਾ।